ਸਰੋਤਿਆਂ ਦੀ ਪ੍ਰਜ਼ੋਰ ਮੰਗ ਤੇ ਪੇਸ਼ ਕਰ ਰਹੇ ਹਾਂ ਇਸ ਚੈਨਲ ਤੋਂ ਲੜੀਵਾਰ ਨਾਵਲ ਦਾ ਨਾਂ ਹੈ ਪਤਾ ਨਹੀਂ ਸੀ। ਇਸ ਨਾਵਲ ਦੇ ਲੇਖਕ ਨੇ ਸ਼੍ਰੀ ਬੂਟਾ ਸਿੰਘ ਚੌਹਾਨ। ਗੁਰਜੀਤ ਖਾਸੇ ਚਿਰ ਦਾ ਜਾਗੋ ਮੀਟੀ 'ਚ ਪਿਆ ਸੀ। ਸੋਚਦਾ ਸੀ ਕਿ ਅੱਜ ਨਾਨਕਿਆਂ ਨਾਲ ਗੱਲ ਮੁਕਾ ਲਵੇ। ਅੱਜ ਨਹੀਂ ਤਾਂ ਕੱਲ੍ਹ ਉਹਨੂੰ ਮਨ ਦੀ ਗੱਲ ਕਹਿਣੀ ਤਾਂ ਪਵੇਗੀ ਹੀ। ਉਸਨੂੰ ਫੌਜ 'ਚੋਂ ਆਏ ਨੂੰ ਕਈ ਦਿਨ ਹੋ ਗਏ ਸੀ। ਆ ਕੇ ਉਹਨੇ ਮਾਮੇ ਨੂੰ ਰੰਮ ਦੀਆਂ 2 ਬੋਤਲਾਂ ਦੇਣੀਆਂ ਚਾਹੀਆਂ ਤੇ ਆਉਣ ਵੇਲੇ ਸੰਗਰੂਰ ਤੋਂ ਲਿਆਂਦੇ ਸਾਰੇ ਟੱਬਰ ਲਈ ਕੱਪੜੇ ਵੀ। ਪਰ ਮਾਮੀ ਨੇ ਕਿਹਾ ਸੀ, ਕੋਈ ਨਾ ਭਾਈ, ਅਜੇ ਤੂੰ ਰੱਖ ਇਹਨਾਂ ਨੂੰ ਆਪਦੇ ਕੋਲ, ਜਦੋਂ ਲੋੜ ਪਈ ਅਸੀਂ ਲੈ ਲਾਂਗੇ। ਉਹਨੇ ਮਾਮੀ ਵੱਲ ਵੇਖਿਆ। ਉਹਦੀ ਬੇਰੁਖੀ ਚੁਭੀ। ਅੱਜ ਤੱਕ ਕਦੇ ਉਹਨੇ ਗੁਰਜੀਤ ਨੂੰ ਭਾਈ ਨਹੀਂ ਸੀ ਕਿਹਾ, ਹਮੇਸ਼ਾ ਪੁੱਤ ਕਹਿੰਦੀ ਆਈ ਸੀ। ਉਹਦਾ ਇਹ ਕਹਿਣਾ ਜਦੋਂ ਲੋੜ ਪਈ ਅਸੀਂ ਲੈ ਲਵਾਂਗੇ ਵੀ ਅਜੀਬ ਲੱਗਿਆ। ਸੋਚਿਆ, ਜੇ ਉਹ ਅਸੀਂ ਨੇ ਤੇ ਉਹ ਕੌਣ ਹੈ? ਮਾਮੀ ਉਹਨੂੰ ਓਪਰੀ ਜਿਹੀ ਲੱਗੀ। ਉਹ ਇਹ ਗੱਲਾਂ ਕਿਉਂ ਕਰ ਰਹੀ ਸੀ ਜਿਵੇਂ ਕੋਈ ਸੱਤ ਬੇਗਾਨੀ ਹੋਵੇ। ਉਹਦੇ ਮਨ 'ਚ ਕੀ ਸੀ ਉਹਨੂੰ ਸਮਝ ਨਹੀਂ ਸੀ ਆ ਰਹੀ। ਉਹ ਕਈ ਦਿਨ ਖੌਲਦਾ ਰਿਹਾ ਕਿ ਪਤਾ ਤਾਂ ਲੱਗੇ ਗੱਲ ਵਿੱਚੋਂ ਕੀ ਹੈ। ਉਹਨੇ ਆ ਕੇ ਕੋਈ ਅਜਿਹੀ ਗੱਲ ਨਹੀਂ ਸੀ ਕੀਤੀ ਜਿਹੜੀ ਗੁੱਸਾ ਕਰਨ ਵਾਲੀ ਹੋਵੇ ਜਾਂ ਦਿਲ ਦੁਖਾਉਣ ਵਾਲੀ। ਉਹਨੂੰ ਇਸ ਵਾਰ ਕੋਈ ਯਾਰ ਦੋਸਤ ਵੀ ਮਿਲਣ ਨਹੀਂ ਆਇਆ ਸੀ। ਫਿਰ ਵੀ ਮਾਮੀ ਤੇ ਘਰ ਦੇ ਬਾਕੀ ਜੀ ਉਹਦੇ ਤੇ ਔਖੇ ਕਿਉਂ ਨੇ? ਬੁਝਾਰਤ ਬਣੀ ਹੋਈ ਸੀ। ਨਾਨਕਿਆਂ ਦੇ ਘਰੇ ਘੁੱਟਵਾਂ ਮਾਹੌਲ ਸੀ। ਕੋਈ ਵੀ ਕਿਸੇ ਨਾਲ ਗੱਲ ਨਹੀਂ ਸੀ ਕਰਦਾ। ਉਹ ਸੋਚਦਾ ਸੀ ਕਿ ਜੇ ਕੋਈ ਉਹਨਾਂ ਦੇ ਮਨ 'ਚ ਗੱਲ ਹੈ ਤਾਂ ਦੱਸਣੀ ਚਾਹੀਦੀ ਹੈ। ਫੌਜ 'ਚੋਂ ਆਉਣ ਤੋਂ ਪਹਿਲਾਂ ਉਹ ਸੋਚਦਾ ਸੀ ਕਿ ਮਾਮਾ ਮਾਮੀ ਮੂਹਰੇ ਲੱਗ ਕੇ ਉਹਦੇ ਵਿਆਹ ਦੀ ਗੱਲ ਕਰਨਗੇ। ਉਹ ਉਹਨਾਂ ਨਾਲ ਰਹੇਗਾ ਤੇ ਪਿੰਡ ਨੇੜਲੀ ਫੈਕਟਰੀ 'ਚ ਲੱਗ ਕੇ ਥੋੜ੍ਹਾ ਬਹੁਤਾ ਹੱਥ ਉਹਨਾਂ ਨੂੰ ਵੀ ਝਾੜਦਾ ਰਹੇਗਾ। ਪਰ ਜੋ ਕੁਝ ਘਰ 'ਚ ਸੁਲਗਦਾ ਦਿਖਾਈ ਦੇ ਰਿਹਾ ਸੀ, ਨਾ ਉਹ ਬਾਹਰ ਆ ਰਿਹਾ ਸੀ ਤੇ ਨਾ ਪਤਾ ਲੱਗਦਾ ਸੀ ਕਿ ਸੁਲਗਣ ਦੇ ਕਾਰਨ ਕੀ ਨੇ। ਉਹਨੂੰ ਭਾਵੇਂ ਪਤਾ ਸੀ ਕਿ ਉਹਦੇ ਨਾਨਕਿਆਂ ਨੇ ਆੜਤੀਏ ਦੇ ਪੈਸੇ ਦੇਣੇ ਨੇ, ਪਰ ਜਿੰਨੇ ਦੇਣੇ ਸੀ ਉਹਨੇ ਨਹੀਂ ਸੀ ਪਤਾ। ਲੁਕਮੀ ਭਰਮੀ ਵਹਿੰਦੀ ਸੁਰੰਗ ਦਿਨ ਬਦਿਨ ਗਹਿਰੀ ਹੁੰਦੀ ਗਈ। ਜ਼ਮੀਨ ਪੁੱਟੇ ਹੋਏ ਟੋਏ ਭਰਨ ਤੋਂ ਹੱਥ ਖੜੇ ਕਰ ਗਈ ਸੀ। ਅੱਗੇ ਪੈਰ ਪਿੱਛੋਂ ਪੁੱਟਦੇ ਸੀ। ਕੋਈ ਨਾ ਕੋਈ ਬਿੱਜ ਪਹਿਲਾਂ ਹੀ ਆ ਪੈਂਦੀ ਸੀ। ਉਹ ਜਦੋਂ ਆਇਆ ਸੀ ਤਾਂ ਅਹਿਸਾਸ ਹੋਇਆ ਸੀ ਕਿ ਜਿੱਥੇ ਉਹ ਨਾਨਕਿਆਂ ਦਾ ਘਰ ਛੱਡ ਕੇ ਗਿਆ ਸੀ ਉੱਥੇ ਹੀ ਖੜਾ ਸੀ। ਘਰ ਦੀਆਂ ਕੰਧਾਂ ਰੋ ਰਹੀਆਂ ਸੀ, ਜਿਨ੍ਹਾਂ ਨੂੰ ਕਦੇ ਰੰਗ ਨਸੀਬ ਨਹੀਂ ਸੀ ਹੋਇਆ। ਸਮੇਂ ਦੀ ਪਈ ਮਾਰ ਹਰ ਚੀਜ਼ 'ਚੋਂ ਦਿਸਦੀ ਸੀ। ਉਹ ਪਿਛਲੇ 8-9 ਸਾਲ ਤੋਂ ਛੁੱਟੀ ਨਹੀਂ ਸੀ ਆਇਆ। ਉਹਦੀ ਜ਼ਿੰਦਗੀ ਰੂਹੀ ਵਾਂਗ ਸੁੰਨੀ ਹੋ ਗਈ ਸੀ। ਆਪਣੇ ਪਿੰਡ ਉਹ ਕਦੇ ਗਿਆ ਨਹੀਂ ਸੀ। ਉਹਦੀ ਜ਼ਿੰਦਗੀ 'ਚ ਟੁੱਟ ਭੱਜ ਹੀ ਇੰਨੀ ਹੋ ਗਈ ਸੀ ਕਿ ਉਦਾਸੀ ਕਿਸੇ ਵੇਲੇ ਖਹਿੜਾ ਨਹੀਂ ਸੀ ਛੱਡਦੀ। ਫੌਜ 'ਚੋਂ ਉਹ 3-4 ਸਾਲ ਇਸੇ ਗੱਲ 'ਚ ਉਲਝਿਆ ਰਿਹਾ ਕਿ ਵਿਆਹ ਕਰਵਾਵੇ ਜਾਂ ਨਾ ਕਰਵਾਵੇ। ਉਦੋਂ ਉਹ ਜਲੰਧਰ ਸੀ, ਫਿਰ ਅਚਾਨਕ ਬਦਲੀ ਸ਼ਿਲਾਂਗ ਦੀ ਹੋ ਗਈ। ਉੱਥੇ ਵਿਆਹ ਬਾਰੇ ਸੋਚਣ ਦੀ ਲੋੜ ਹੀ ਨਹੀਂ ਸੀ ਪਈ। ਐਤਵਾਰ ਵਾਲੇ ਦਿਨ ਉਹ ਫੌਜੀ ਦੋਸਤਾਂ ਨਾਲ ਛਾਉਣੀ 'ਚੋਂ ਗੇਟ ਪਾਸ ਲੈ ਕੇ ਬਾਜ਼ਾਰ ਜਾਂਦਾ ਤੇ ਆਥਣੇ ਮੌਜ ਮਸਤੀ ਕਰਕੇ ਆ ਜਾਂਦਾ। ਉੱਥੇ ਕੁਝ ਪਹਾੜੀ ਜਾਤੀਆਂ ਸਨ ਜਿਨ੍ਹਾਂ ਦੇ ਬੰਦੇ ਕੰਮ ਨਹੀਂ ਸੀ ਕਰਦੇ। ਜੇ ਕਰਦੇ ਸੀ ਤਾਂ ਨਾ ਹੋਇਆਂ ਵਰਗਾ ਸੀ।
ਉਹ ਕੀਤੇ ਜਾਣ ਵਾਲੇ ਕੰਮ ਦੀ ਧੌਣ ਨਹੀਂ ਸੀ ਫੜਦੇ, ਕੰਮ ਦੇ ਉੱਤੋਂ ਦੀ ਨਹੀਂ ਸੀ ਪੈਂਦੇ। ਉਹਨਾਂ ਦੀਆਂ ਔਰਤਾਂ ਹਿੰਮਤੀ ਸੀ। ਹੌਲੀ ਹੌਲੀ ਉਹ ਅੱਗੇ ਆ ਗਈਆਂ ਸੀ, ਉਹ ਪਿੱਛੇ ਧੱਕੇ ਗਏ ਸੀ। ਉਹਨਾਂ ਦੀਆਂ ਤੀਵੀਆਂ ਤੇ ਕੁੰਵਾਰੀਆਂ ਭੈਣਾਂ ਸਬਜ਼ੀ ਦੀਆਂ ਫੜੀਆਂ ਲਾਉਂਦੀਆਂ ਸੀ, ਫਲ ਵੇਚਣ ਦਾ ਕੰਮ ਵੀ ਕਰਦੀਆਂ, ਹੋਰ ਸਮਾਨ ਦੀਆਂ ਦੁਕਾਨਾਂ ਵੀ, ਤੇ ਆਪਣੇ ਬੰਦਿਆਂ ਦੇ ਉੱਤੋਂ ਦੀ ਪੈ ਕੇ ਮਨ ਮਰਜ਼ੀ ਵੀ ਕਰਦੀਆਂ। ਖਾਣ ਪੀਣ ਦੀਆਂ ਖੁੱਲ੍ਹੀਆਂ ਇਹ ਔਰਤਾਂ ਜ਼ਿੰਦਗੀ ਭੋਗਣ ਦੀ ਬਜਾਏ ਮਾਣਦੀਆਂ ਲੱਗਦੀਆਂ। ਵੇਖਣ ਜਾਂ ਗੱਲਾਂ ਕਰਨ ਵੇਲੇ ਇਹ ਪਤਾ ਲੱਗਦਾ ਸੀ ਹਾਸੀ ਉਹਨਾਂ ਦੇ ਬੁੱਲ੍ਹਾਂ 'ਤੇ ਹੀ ਪਈ ਹੁੰਦੀ, ਥੋੜ੍ਹਾ ਜਿਹਾ ਝਾਕ ਕੇ ਹਵਾ ਦੇਣ ਦੀ ਲੋੜ ਪੈਂਦੀ। ਬੁੱਲ ਗੁਲਾਬ ਦੀਆਂ ਪੱਤੀਆਂ ਵਾਂਗ ਖੁੱਲ੍ਹ ਜਾਂਦੇ। ਦੁਕਾਨਾਂ ਚੱਲਦੀਆਂ, ਰੱਖਣ ਤੇ ਆਪਣੇ ਨਾਲ ਦੀਆਂ ਦੁਕਾਨਾਂ ਤੋਂ ਵੱਧ ਮਾਲ ਵੇਚਣ ਦਾ ਉਹਨਾਂ ਦਾ ਇਹ ਅੰਦਾਜ਼ ਸੀ। ਇਸ ਤੋਂ ਬਿਨਾਂ ਜ਼ਿੰਦਗੀ ਦੇ ਓਲੇ ਬਰਕਤ ਬਣੇ ਹੋਏ ਸੀ। ਲਗਾਤਾਰ ਆਉਣ ਕਾਰਨ ਪਹਾੜੀਆਂ ਦੀਆਂ 2-3 ਕੁੜੀਆਂ ਉਹਦੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋ ਗਈਆਂ ਸੀ, ਜਿਹੜੀਆਂ ਅਜੇ ਮਾਵਾਂ ਨਾਲ ਬਾਜ਼ਾਰ 'ਚ ਬੈਠਣ ਨਹੀਂ ਸੀ ਲੱਗੀਆਂ। ਜਵਾਨੀ ਉਹਨਾਂ ਦੇ ਸਿਰਾਂ 'ਤੇ ਘੂਕ ਰਹੀ ਸੀ। ਕੱਦ ਕਾਠ ਉੱਚੇ ਲੰਮੇ ਸੀ। ਮਾਵਾਂ ਨੇ ਖੂਬ ਖਵਾ ਪਿਆ ਕੇ ਪਾਲੀਆਂ ਹੋਈਆਂ ਸੀ। ਉੱਡੂ ਉੱਡੂ ਕਰਦੀਆਂ ਇਹਨਾਂ ਕੁੜੀਆਂ 'ਚੋਂ ਉਹਨੇ ਸੋਚਿਆ ਸੀ ਕਿ ਕਿਸੇ ਇੱਕ ਨਾਲ ਵਿਆਹ ਕਰਵਾ ਲਵੇ, ਪਿੰਡ ਜਾਣ ਦੀ ਲੋੜ ਹੀ ਨਹੀਂ, ਇੱਧਰ ਹੀ ਫੌਜ ਨਾਲ ਰੱਖ ਲਵੇਗਾ। ਫੌਜ ਪਿੱਛੋਂ ਜਿੱਥੇ ਦਿਲ ਕਰਿਆ ਘਰ ਪਾ ਕੇ ਰਹਿਣ ਲੱਗ ਪਵੇਗਾ। ਕੀ ਧਰਿਆ ਪਿਆ ਹੈ ਪਿੰਡ। ਪਰ ਜਦੋਂ ਇਹ ਗੱਲ ਸੋਚਦਾ ਤਾਂ ਆਪਣੇ ਆਪ ਤੇ ਹਾਸੀ ਆਉਣ ਲੱਗ ਪੈਂਦੀ। ਉਹ ਖੁਦ ਤੇ ਲਾਹਣ ਤਾਂ ਪਾਉਂਦਾ ਕਿ ਉਹ ਇੰਨਾ ਗਿਆ ਗੁਜ਼ਰਿਆ ਤਾਂ ਨਹੀਂ। ਅਜਿਹੀਆਂ ਨੀਵੀਆਂ ਗੱਲਾਂ ਕਿਉਂ ਸੋਚਦਾ ਹੈ, ਆਪਣੇ ਆਪ ਨੂੰ ਛੋਟਾ ਕਿਉਂ ਕਰਦਾ ਹੈ। ਉਹਨੂੰ ਨਾਨਕਿਆਂ ਤੋਂ ਜ਼ਮੀਨ ਵੀ ਆਉਂਦੀ ਹੈ, ਪਿੰਡੋਂ ਵੀ। ਉਹਨੂੰ ਸਾਕਾਂ ਦਾ ਕੀ ਘਾਟ ਹੈ। ਜਦੋਂ ਉਹ ਫੌਜ 'ਚੋਂ ਆਵੇਗਾ, ਕੁੜੀਆਂ ਵਾਲੇ ਉਹਦੀਆਂ ਮਿੰਨਤਾਂ ਕਰਨਗੇ। 17-18 ਲੱਖ ਰੁਪਇਆ ਜਾਣ ਵੇਲੇ ਮਿਲੇਗਾ। 8-10 ਲੱਖ ਤਨਖਾਹਾਂ 'ਚੋਂ ਬਚਿਆ ਪਿਆ ਹੈ। 17-18 ਹਜ਼ਾਰ ਪੈਨਸ਼ਨ ਮਿਲੂ। 10-12 ਹਜ਼ਾਰ ਕਿਸੇ ਫੈਕਟਰੀ 'ਚ ਲੱਗ ਕੇ ਕਮਾਉਂਦਾ ਹੋ ਜਾਵੇਗਾ। ਸਰਕਾਰੀ ਨੌਕਰੀਆਂ ਨਿਕਲੀਆਂ ਤਾਂ ਉਹਨਾਂ 'ਚੋਂ ਵੀ ਕੋਈ ਨੌਕਰੀ ਉਹਨੂੰ ਮਿਲ ਸਕਦੀ ਹੈ। ਇਹ ਸੋਚ ਕੇ ਉਹ ਫੈਸਲਾ ਕਰਦਾ ਕਿ ਫੌਜ 'ਚੋਂ ਜਾ ਕੇ ਹੀ ਵਿਆਹ ਕਰਵਾਏਗਾ। ਹੱਥ ਹੀ ਲੰਘ ਗਿਆ ਹੈ, ਬਸ ਪੂਛ ਰਹਿ ਗਈ ਹੈ। ਉਹਦੇ 3-4 ਸਾਲ ਹੀ ਰਹਿੰਦੇ ਸੀ। ਉਹ ਜੈਪੁਰ ਤੋਂ ਫਿਰ ਸ਼ਿਲਾਂਗ ਆ ਗਿਆ। ਅਖੀਰਲਾ ਸਾਲ ਉਹਨੇ ਦਿੱਲੀ ਲਾਇਆ ਸੀ। ਪਰ ਜਦੋਂ ਦਿੱਲੀੋਂ ਪਿੰਡ ਆਇਆ ਤਾਂ ਸਭ ਕੁਝ ਬਦਲ ਗਿਆ ਸੀ। ਪਹਿਲਾਂ ਵਾਲਾ ਕੁਝ ਵੀ ਨਹੀਂ ਸੀ ਰਿਹਾ। ਹਰ ਪਾਸੇ ਓਪਰਾ ਮਾਹੌਲ ਸੀ। ਨਵੀਂ ਪਨੀਰੀ ਜਾਣਦੀ ਨਹੀਂ ਸੀ। ਨਾਲ ਪੜਦੇ ਇੱਧਰ ਉੱਧਰ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਏ ਸੀ। ਕੁਝ ਖੇਤੀ 'ਚ ਧਸ ਗਏ ਸੀ। ਕਬੀਲਦਾਰੀ ਨੇ ਉਹ ਹੱਸਣ ਖੇਡਣ ਜੋਗਰੇ ਛੱਡੇ ਹੀ ਨਹੀਂ ਸੀ। ਫਿਕਰਾਂ ਦੇ ਦੇਸ਼ 'ਚ ਜਾ ਕੇ ਵਸੇ ਸੀ। ਪਿੰਡ ਦੇ ਲੋਕ ਹੋਰ ਦੇ ਹੋਰ ਹੋਏ ਪਏ ਸੀ। ਹਰ ਇੱਕ ਨੂੰ ਉਲਟੀ ਹਵਾ ਪਿੱਛੇ ਧੱਕੀ ਜਾ ਰਹੀ ਸੀ। ਹੋਰਾਂ ਦਾ ਛੱਡ ਕੇ ਸਭ ਨੂੰ ਆਪਣਾ ਆਪਣਾ ਫਿਕਰ ਪਿਆ ਹੋਇਆ ਸੀ। ਜਿਹੜੀਆਂ ਗੱਲਾਂ ਕਦੇ ਸੁਪਨੇ 'ਚ ਨਹੀਂ ਸੀ ਸੋਚੀਆਂ ਜਾਂ ਕੰਨੀ ਨਹੀਂ ਸੀ ਸੁਣੀਆਂ, ਅੱਖੀਂ ਵੇਖਣੀਆਂ ਪੈ ਰਹੀਆਂ ਸੀ। ਬੜਾ ਅਜੀਬ ਵਰਤਾਰਾ ਸੀ। ਹੁਣ ਤੁਸੀਂ ਕਾਂਡ ਨੰਬਰ 2 ਸੁਣੋ। ਫੌਜ 'ਚੋਂ ਆ ਕੇ ਉਹ ਕਈ ਦਿਨ ਸੰਗਰੂਰ ਰਿਹਾ। ਕਲੱਬ ਰੋਡ 'ਤੇ ਫੌਜੀਆਂ ਨਾਲ ਸੰਬੰਧਿਤ ਦਫ਼ਤਰ 'ਚ ਉਹਨੇ ਫੌਜ 'ਚ ਕੀਤੇ ਕੰਮ ਦੇ ਕਾਗਜ਼ ਪੱਤਰ ਦਿੱਤੇ। ਇੱਥੋਂ ਹੀ ਕੀਤੀ ਨੌਕਰੀ ਦੇ ਬਕਾਏ ਮਿਲਣੇ ਸੀ। ਇੱਥੋਂ ਹੀ ਪੈਨਸ਼ਨ ਲੱਗਣੀ ਸੀ। ਇੱਥੋਂ ਹੀ ਫੌਜ ਦੀ ਕੰਟੀਨ ਦੀ ਕਾਪੀ ਬਣਨੀ ਸੀ। ਸੰਗਰੂਰੋਂ ਹੀ ਉਹਨੇ ਮੋਟਰਸਾਈਕਲ ਲੈ ਲਿਆ।
ਕਈ ਦਿਨ ਉਹ ਫੌਜ ਦੇ ਰੈਸਟ ਹਾਊਸ 'ਚ ਰਿਹਾ। ਤੜਕੇ ਉੱਠ ਕੇ ਉਹ ਬਾਜ਼ਾਰ ਜਾਂਦਾ ਤੇ ਵੱਡੇ ਚੌਕ 'ਚੋਂ ਨਾਸ਼ਤਾ ਕਰ ਆਉਂਦਾ। ਦੁਪਹਿਰੇ ਕਿਸੇ ਹੋਟਲ 'ਤੇ ਰੋਟੀ ਖਾ ਆਉਂਦਾ। ਉਹ ਬਨਾਸਰ ਬਾਗ 'ਚ ਵੀ ਗਿਆ। ਉਹ ਤੇ ਵਿਪਰੀਤ ਜਿਹੜੇ ਸਾਗਵਾਨ ਦੇ ਰੁੱਖੇ ਹੇਠਾਂ ਬਹਿੰਦੇ ਸੀ ਹੁਣ ਕਾਫੀ ਵੱਡਾ ਹੋ ਗਿਆ ਸੀ, ਪਰ ਸਰਦੀ ਕਾਰਨ ਉਹਦੇ ਪੱਤੇ ਝੜ ਗਏ ਸੀ। ਜਿਹੜੇ ਬਚੇ ਸੀ ਉਹ ਅੱਧ ਹਰੇ ਸੀ ਤੇ ਥਾਂ ਥਾਂ ਤੋਂ ਛਣੇ ਪਏ ਸੀ। ਪਤਝੜ ਦੀਆਂ ਕੀਤੀਆਂ ਪੈੜਾਂ ਉਹਨਾਂ ਤੇ ਸਾਫ਼ ਦਿਸ ਰਹੀਆਂ ਸਨ। ਉਹਦੇ ਇੱਕ ਪਾਸੇ ਵਾਲਾ ਡਾਹਣਾ ਵੀ ਨਹੀਂ ਸੀ। ਪਤਾ ਨਹੀਂ ਉਹ ਕਿਸੇ ਨੇ ਵੱਢ ਦਿੱਤਾ ਸੀ ਜਾਂ ਝੱਖੜ ਹਨੇਰੀ ਨੇ ਤੋੜ ਦਿੱਤਾ ਸੀ। ਪੋਰੇ ਵਾਲੀ ਥਾਂ ਨੂੰ ਵੇਖਿਆ, ਡਾਹਣੇ ਵਾਲੀ ਥਾਂ ਭਰ ਗਈ ਲੱਗਦੀ ਸੀ, ਪਰ ਅਜੇ ਪੂਰੀ ਨਹੀਂ ਸੀ ਭਰੀ। ਉਸ ਬੀਹੀ 'ਚ ਹੀ ਉਗਿਆ ਜਿੱਥੇ ਵਿਪਰੀਤ ਰਹਿੰਦੀ ਹੁੰਦੀ ਸੀ। ਹੁਣ ਉੱਥੇ ਕਈ ਮੰਜ਼ਲਾਂ ਬੂਟਾਂ ਦੀ ਦੁਕਾਨ ਸੀ, ਜਿਸ ਅੱਗੇ ਇੱਕ ਉਹਦੇ ਵਰਗਾ ਫੌਜ ਦੀ ਮਾਰ ਝੱਲ ਕੇ ਆਇਆ ਫੌਜੀ ਖੜਾ ਸੀ, ਜਿਹੜਾ ਉਹਨੂੰ ਗੌਰ ਨਾਲ ਵੇਖ ਰਿਹਾ ਸੀ। ਉਹਦੀਆਂ ਅੱਖਾਂ ਇਹ ਕਹਿੰਦੀਆਂ ਲੱਗਦੀਆਂ ਸਨ ਕਿ ਜੇ ਉਹਨੇ ਕੁਝ ਲੈਣਾ ਨਹੀਂ ਤਾਂ ਦੁਕਾਨ ਵੱਲ ਇਉਂ ਕਿਉਂ ਝਾਕ ਰਿਹਾ ਹੈ। ਉਹ ਬਹੁਤਾ ਚਿਰ ਨਹੀਂ ਖੜਿਆ, ਅੱਗੇ ਤੁਰ ਗਿਆ। ਗਲੀ 'ਚ ਹੁਣ ਪੁਰਾਣਾ ਕੁਝ ਵੀ ਨਹੀਂ ਸੀ। ਸਮਾਂ ਪਲਟ ਗਿਆ ਸੀ। ਸਾਰੇ ਹੀ ਘਰ ਦੁਕਾਨਾਂ ਬਣ ਗਏ ਸੀ। ਪਹਿਲਾਂ ਗਲੀ ਵਿੱਚੋਂ ਟਾਵਾਂ ਟਾਵਾਂ ਆਦਮੀ ਲੰਘਦਾ ਹੁੰਦਾ ਸੀ। ਦੂਰ ਤੱਕ ਗਲੀ ਸੁੰਨੀ ਪਈ ਹੁੰਦੀ, ਪਰ ਬਾਜ਼ਾਰ ਗਲੀ 'ਚ ਵੜਨ ਕਰਕੇ ਲੋਕਾਂ ਦੀ ਭੀੜ ਪਿੱਛੇ ਆ ਗਈ ਸੀ। ਵਹੀਕਲਾਂ ਦੀ ਟੀ ਟੀ ਪੀ ਪੀ ਤੁਰ ਕੇ ਜਾਣ ਵਾਲਿਆਂ ਦੇ ਕੰਨ ਖਾ ਰਹੀ ਸੀ। ਹਾਰਨ ਤੇ ਹਾਰਨ ਵੱਜਦਾ ਸੀ। ਹਰ ਕੋਈ ਇੱਕ ਦੂਜੇ ਤੋਂ ਅੱਗੇ ਜਾਣ ਲਈ ਕਾਹਲਾ ਸੀ। ਇਹ ਸਭ ਕੁਝ ਵੇਖ ਕੇ ਗੁਰਜੀਤ ਦੇ ਬੁੱਲ ਫਰਕੇ ਕਿ 17-18 ਸਾਲ ਕੋਈ ਥੋੜੇ ਨਹੀਂ ਹੁੰਦੇ। ਕੀ ਹੋ ਜਾਂਦਾ ਹੈ ਇੰਨੇ ਸਾਲਾਂ 'ਚ। ਉਹ ਕਾਲਜ 'ਚ ਵੀ ਗਿਆ। ਉੱਥੇ ਵੀ ਮਾਹੌਲ ਬਦਲਿਆ ਹੋਇਆ ਸੀ। ਗਰਾਊਂਡ 'ਚ ਮੁੰਡੇ ਕੁੜੀਆਂ ਇਕੱਠੇ ਬੈਠੇ ਗੱਲਾਂ ਕਰ ਰਹੇ ਸੀ। ਕੋਈ ਉਹਨਾਂ ਵੱਲ ਝਾਕ ਨਹੀਂ ਸੀ ਰਿਹਾ। ਹਰ ਪਾਸੇ ਮਸਤੀ ਸੀ। ਵੱਡੇ ਸ਼ਹਿਰਾਂ ਦੇ ਪਾਰਕਾਂ ਵਰਗਾ ਮਾਹੌਲ ਸੀ। ਕੰਟੀਨ 'ਚ ਮੁੰਡੇ ਕੁੜੀਆਂ ਇਕੱਠੇ ਖਾ ਪੀ ਰਹੇ ਸੀ। ਮਨ ਤੇ ਕਿਸੇ ਕਿਸਮ ਦੀ ਚਿੰਤਾ ਨਹੀਂ ਸੀ। ਘਰਾਂ ਵਾਲੀ ਬੇਫਿਕਰੀ ਚਿਹਰਿਆਂ ਤੇ ਸੀ। ਉਹਦੇ ਵੇਲੇ ਮੁੰਡੇ ਕੁੜੀਆਂ ਦੀਆਂ ਵੱਖ-ਵੱਖ ਕੰਟੀਨਾਂ ਹੁੰਦੀਆਂ। ਕੋਈ ਇੱਕ ਦੂਜੇ ਦੀ ਕੰਟੀਨ 'ਚ ਨਹੀਂ ਸੀ ਜਾ ਸਕਦਾ। ਖਾ ਪੀ ਰਹੇ ਮੁੰਡੇ ਕੁੜੀਆਂ ਇੱਕ ਦੂਜੇ ਵੱਲ ਵੇਖ ਹੀ ਸਕਦੇ ਸੀ। ਹਮੇਸ਼ਾ ਇੱਕ ਵਿੱਥ ਵਿਚਾਲੇ ਬਣੀ ਰਹਿੰਦੀ। ਪਰ ਹੁਣ ਵੱਡੇ ਸ਼ਹਿਰਾਂ ਦੇ ਕਾਲਜਾਂ ਦੀ ਹਵਾ ਇੱਥੇ ਵੀ ਆ ਗਈ ਸੀ ਤੇ ਨਵੇਂਪਣ ਨੂੰ ਕਲਾਵੇ 'ਚ ਲੈਣ ਲਈ ਬਾਹਾਂ ਖਿਲਾਰੀ ਖੜੀ ਸੀ। ਦਿਨੋਂ ਦਿਨ ਉਹਦੇ 'ਚ ਪੁਰਾਣਾਪਣ ਆ ਕੇ ਸਮਾਈ ਜਾਂਦਾ ਸੀ। ਟੋਬੇ 'ਚ ਆ ਕੇ ਮੀਂਹ ਦੇ ਪਾਣੀ ਪੈਣ ਵਾਂਗ। ਕਈ ਮੁੰਡੇ ਕੁੜੀਆਂ ਧੁੱਪੇ ਬੈਠੇ ਸੀ। ਕਈ ਮੋਬਾਈਲ ਤੇ ਚੱਲਦੇ ਗੀਤ ਇੱਕੋ ਹੈੱਡਫੋਨ ਲਾ ਕੇ ਸੁਣ ਰਹੇ ਸੀ, ਜਿਵੇਂ ਦੋ ਬਲਦ ਇੱਕ ਹਲ ਅੱਗੇ ਜੁੜੇ ਹੋਣ। ਇਹ ਗੱਲ ਉਹਨੂੰ ਚੰਗੀ ਲੱਗੀ ਕਿ ਪਹਿਲਾਂ ਵਾਂਗ ਕੋਈ ਕਿਸੇ ਵੱਲ ਅੱਖਾਂ ਪਾੜ ਕੇ ਨਹੀਂ ਸੀ ਝਾਕ ਰਿਹਾ। ਸਭ ਨੇ ਆਪਣਾ ਆਪਣਾ ਸੰਸਾਰ ਵਸਾਇਆ ਹੋਇਆ ਸੀ। ਆਪਣੀ ਆਪਣੀ ਮੰਜ਼ਿਲ ਸੀ। ਆਪਣੇ ਆਪਣੇ ਸੁਪਨੇ ਸਨ। ਉਹਨੂੰ ਇਸ ਗੱਲ ਤੇ ਹੈਰਾਨੀ ਹੋਈ ਕਿ ਜਿਹੜਾ ਆਉਂਦਾ ਜਾਂਦਾ ਮੁੰਡਾ ਕੁੜੀ ਸਭ ਤੋਂ ਲੰਬਾ ਦਿਸਦਾ ਸੀ, ਉਹਨਾਂ ਵੇਲੇ ਦਰਮਿਆਨਾ ਗਿਣਿਆ ਜਾਂਦਾ ਸੀ। ਵਿਪਰੀਤ ਦਾ ਕੱਦ 11ਵੀਂ 'ਚ ਹੀ 5.5 ਫੁੱਟ ਤੋਂ ਟੱਪ ਗਿਆ ਸੀ। ਆਪ ਉਹ ਉਦੋਂ ਵੀ ਕੱਦ ਕੱਢਦਾ ਸੀ। ਉਹਨਾਂ ਵਰਗੇ ਕਾਲਜ
ਹੋਰ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਸਨ, ਲੰਬੇ ਤੇ ਭਰਵੇਂ। ਹੁਣ ਲੱਗਦਾ ਸੀ ਜਿਵੇਂ 8ਵੀਂ 9ਵੀਂ ਵਾਲੇ ਮੁੰਡੇ ਕੁੜੀਆਂ ਨੇ ਕਾਲਜ 'ਚ ਆ ਕੇ ਦਾਖਲੇ ਲੈ ਲਏ ਹੋਣ। ਗੁਰਜੀਤ ਨੇ ਇੱਕੋ ਗੇੜਾ ਕਾਲਜ ਦਾ ਲਾਇਆ, ਰੁਕਿਆ ਨਹੀਂ। ਸੋਚਿਆ ਜੇ ਕਿਸੇ ਨੇ ਪੁੱਛ ਲਿਆ ਕਿ ਉਹ ਕੀ ਕਰਨ ਆਇਆ ਹੈ, ਉਹਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਉਹਨਾਂ ਵੇਲੇ ਕੋਈ ਬਾਹਰਲਾ ਆਦਮੀ ਕਾਲਜ ਆਉਣ ਦੀ ਹਿੰਮਤ ਨਹੀਂ ਸੀ ਕਰਦਾ। ਉਹ ਜਿਵੇਂ ਗਿਆ ਸੀ ਉਵੇਂ ਤੁਰ ਆਇਆ। ਮਨ ਪਿੱਛਲ ਖੁਰਾ ਹੋ ਗਿਆ। ਕਦੇ ਉਹ ਪਿੰਡ ਜਾਣ ਦੀ ਬਜਾਏ ਬਨਾਸਰ ਬਾਗ 'ਚ ਵਿਪਰੀਤ ਨੂੰ ਉਡੀਕਦਾ ਹੁੰਦਾ, ਜਾਂ ਵੱਡੇ ਚੌਕ 'ਚ ਖੜਾ ਥਾਣੇ ਵਾਲੇ ਪਾਸੇ। ਜੇ ਉਹ ਪਛੜ ਕੇ ਆਉਂਦੀ, ਸਾਹ ਸੁੱਕਣ ਲੱਗ ਪੈਂਦੀ। ਸੋਚਦਾ ਉਹ ਆਈ ਕਿਉਂ ਨਹੀਂ? ਕੋਈ ਪਿੰਡੋਂ ਨਾ ਆ ਗਿਆ ਹੋਵੇ, ਉਹ ਕਾਲਜੋਂ ਘਰੇ ਗਈ ਹੋਵੇ, ਉਹਦਾ ਡੈਡੀ ਜਾਂ ਭਾਈ ਨਾਲ ਨਾ ਲੈ ਗਿਆ ਹੋਵੇ। ਉਹਦੀ ਉਡੀਕ 'ਚ ਲੰਘਦੇ ਪਲ ਬੜੇ ਅਸਹਿ ਹੁੰਦੇ। ਸਮਾਂ ਪਹਿਰਾ ਦੇਣ ਵਾਲੇ ਬੰਦੇ ਵਾਂਗ ਹਿਲ ਜੁਲ ਕਰਨੋਂ ਹਟ ਜਾਂਦਾ। ਉਹਦੇ ਆਉਣ ਤੇ ਹੀ ਸਾਹ 'ਚ ਸਾਹ ਪੈਂਦੇ। ਉਹ ਦੂਰੋਂ ਹੀ ਇੱਕ ਦੂਜੇ ਵੱਲ ਵੇਖਦੇ, ਅੱਖਾਂ 'ਚੋਂ ਹਾਸੀ ਛਲਕਦੀ। ਅੱਗੜ ਪਿੱਛੜ ਉਹ ਪਟਿਆਲਾ ਚੌਕ 'ਚ ਬਣੇ ਨਵੇਂ ਹੋਟਲ 'ਚ ਕਾਹਲੀ ਨਾਲ ਜਾਂਦੇ। ਬਾਹਰਲਾ ਸਹਿਮ ਸੜਕ ਤੇ ਛੱਡ ਆਉਂਦੇ। ਸਾਹਾਂ ਦੀ ਚਾਲ ਹੌਲੀ ਹੌਲੀ ਥਾਂ ਸਿਰ ਆਉਂਦੀ। ਫਿਰ ਵੀ ਗੱਲਾਂ ਕਰਦਿਆਂ ਨੂੰ ਚੁਫੇਰੇ ਨਿਗਾਹ ਮਾਰਨੀ ਪੈਂਦੀ ਕਿ ਕੋਈ ਨਾਲ ਪੜ੍ਹਨ ਵਾਲਾ ਮੁੰਡਾ ਜਾਂ ਕੁੜੀ ਨਾ ਨਹੀਂ ਬੈਠੀ, ਕੋਈ ਪਿੰਡਾਂ ਵੱਲ ਦਾ ਜਾਣ ਪਹਿਚਾਣ ਵਾਲਾ ਤਾਂ ਨਹੀਂ ਬੈਠਾ। ਮੋਮਬੱਤੀ ਬਾਲ ਕੇ ਦੁਆਲੇ ਦੋਵੇਂ ਹੱਥ ਕਰਨੇ ਪੈਂਦੇ। ਉਹ ਆਮਣੇ ਸਾਹਮਣੇ ਇੱਕ ਨੁੱਕਰ 'ਚ ਬਹਿੰਦੇ। ਆਰਡਰ ਹਮੇਸ਼ਾ ਵਿਪਰੀਤ ਦਿੰਦੀ, ਪੈਸੇ ਵੀ ਉਹ ਦਿੰਦੀ। ਗੁਰਜੀਤ ਦੇ ਨਾਨਕਿਆਂ ਦੀ ਹਾਲਤ ਦਾ ਉਹਨੂੰ ਪਤਾ ਸੀ। ਹਰ ਰੋਜ਼ ਉਹ ਨਵੀਂ ਚੀਜ਼ ਦਾ ਆਰਡਰ ਦਿੰਦੀ। ਪੈਸੇ ਵੀ ਕਾਫੀ ਲੱਗਦੇ। ਉਹ ਆਪ ਪੈਸੇ ਦੇਣ ਬਾਰੇ ਸੋਚ ਹੀ ਨਹੀਂ ਸੀ ਸਕਦਾ। ਉਹ ਹੈਰਾਨ ਹੁੰਦਾ ਕਿ ਵਿਪਰੀਤ ਨੂੰ ਇੰਨੀਆਂ ਖਾਣ ਵਾਲੀਆਂ ਚੀਜ਼ਾਂ ਦੇ ਨਾਵਾਂ ਦਾ ਕਿਵੇਂ ਪਤਾ ਹੈ। ਫਿਰ ਸੋਚਦਾ ਉਹਦੀਆਂ ਸਾਰੀਆਂ ਰਿਸ਼ਤੇਦਾਰੀਆਂ ਵੱਡੇ ਵੱਡੇ ਸ਼ਹਿਰਾਂ 'ਚ ਨੇ। ਮਾਸੀ ਸ਼ਿਮਲੇ ਹੈ, ਨਾਨਕੇ ਪਟਿਆਲੇ ਨੇ, ਭੂਆ ਲੁਧਿਆਣੇ ਹੈ, ਇੱਕ ਮਾਮਾ ਦਿੱਲੀ ਹੈ ਤੇ ਹੋਰ ਪਤਾ ਨਹੀਂ ਕੌਣ ਕੌਣ ਕਿੱਥੇ ਹੈ। ਅਮੀਰਾਂ 'ਚ ਰਲੇ ਅਮੀਰ ਦੂਰ ਦੂਰ ਤੱਕ ਖਿਲਰੇ ਹੋਏ ਸੀ। ਹਰ ਵਾਰ ਛੁੱਟੀਆਂ 'ਚ ਵਿਪਰੀਤ ਆਪਣੇ ਮਾਂ-ਬਾਪ ਨਾਲ ਜਾਂਦੀ। ਉਹ 4-4 5-5 ਦਿਨ ਹਰ ਥਾਂ ਲਾ ਕੇ ਆਉਂਦੀ। ਨਾਨਕੇ ਉਹਦੇ ਕਾਫੀ ਦਿਨ ਲੱਗ ਜਾਂਦੇ। ਗੁਰਜੀਤ ਦੀਆਂ ਸਾਰੀਆਂ ਛੁੱਟੀਆਂ ਉਹਦੇ ਬਿਨ ਬੇਰਸੀਆਂ ਲੰਘਦੀਆਂ। ਚਾਨਣ ਬਿਨਾਂ ਹਨੇਰਾ ਰਹਿੰਦਾ। ਦਿਨਾਂ ਦੀ ਗਿਣਤੀ ਕਰਨੀ ਆਹਰ ਬਣੀ ਰਹਿੰਦੀ। ਬਿਨ ਮਤਲਬ ਹੀ ਉਹ ਦਿਨ 'ਚ ਇੱਕ ਅੱਧ ਉਹਦੀ ਵੀਹੀ 'ਚ ਗੇੜਾ ਮਾਰ ਆਉਂਦਾ। ਉਹ ਛੁੱਟੀਆਂ ਤੋਂ 2 ਦਿਨ ਪਹਿਲਾਂ ਮਸਾਂ ਪਿੰਡ ਆਉਂਦੀ। ਪਿੰਡ 'ਚ ਮਿਲਣ ਦਾ ਮੌਕਾ ਨਾ ਮਿਲਣ ਕਰਕੇ ਉਹ ਬਹੁਤੇ ਖੁੱਲ੍ਹੇ ਨਹੀਂ ਸੀ। ਗੱਲਾਂ ਕਰਨ ਦਾ ਮੌਕਾ ਮਿਲਦਾ ਹੀ ਨਹੀਂ ਸੀ। ਦੂਰੋਂ ਵੇਖ ਕੇ ਹੀ ਮੁਹੱਬਤ ਦੀ ਪਰਿਕਰਮਾ ਕਰਨੀ ਪੈਂਦੀ। ਸਕੂਲ 'ਚ ਪਿੰਡ ਦੀਆਂ ਕੁੜੀਆਂ ਮੁੰਡੇ ਨਾਲ ਹੁੰਦੇ। ਵਿਪਰੀਤ ਦੇ ਸੁਭਾਅ ਦਾ ਉਹਨੂੰ ਇੱਥੇ ਆ ਕੇ ਹੀ ਪਤਾ ਲੱਗ ਰਿਹਾ ਸੀ। ਮੁਹੱਬਤ ਦੇ ਵੇਗ 'ਚ ਗੁਰਜੀਤ ਦੇ ਪੈਰ ਧਰਤੀ ਤੇ ਨਹੀਂ ਸੀ ਲੱਗਦੇ। ਮਨੋ ਮਨੀ ਉਹ ਵਿਪਰੀਤ ਨਾਲ ਗੱਲੀਂ ਲੱਗਿਆ ਰਹਿੰਦਾ। ਕਦੇ ਕਦੇ ਉਹਦੀ ਘਰੇ ਬੈਠੇ ਬੈਠੇ ਦੀ ਆਪਣੇ ਆਪ ਹਾਸੀ ਨਿਕਲ ਜਾਂਦੀ। ਜਿੱਥੇ ਬੈਠਾ ਹੁੰਦਾ ਥਾਂ ਦਾ ਅਹਿਸਾਸ ਹੀ ਨਾ ਰਹਿੰਦਾ। ਪਲਾਂ ਛੇੜਾਂ 'ਚ ਵਿਪਰੀਤ ਉਹਦੇ ਕੋਲ ਆ ਬਹਿੰਦੀ। ਮਨੋ ਮਨੀ ਗੱਲਾਂ ਦਾ ਖੂਹ ਗਿੜਨ ਲੱਗ ਪੈਂਦਾ। ਆਲੇ ਦੁਆਲੇ ਹੋਇਆ ਖੜਕਾ ਹੀ ਉਹਨੂੰ ਮਨ 'ਚ ਗਰਕੇ ਹੋਏ ਨੂੰ ਬਾਹਰ ਕੱਢਦਾ। ਵਿਪਰੀਤ ਦੀ ਨੇੜਤਾ ਮਾਣਦੇ ਨੂੰ ਉਹਨੂੰ ਲੱਗਦਾ ਕਿ ਉਹਨੇ ਕਿਸੇ ਯੁੱਗ 'ਚ ਵਾਕਈ
ਮੋਤੀ ਪੁੰਨ ਕੀਤੇ ਹੋਣਗੇ ਤਾਂ ਹੀ ਸਭ ਤੋਂ ਸੋਹਣੀ ਵਿਪਰੀਤ ਦਾ ਸਾਥ ਮਿਲਿਆ ਹੈ। ਨਹੀਂ, ਉਹ ਕੀ ਹੈ ਉਹਦੇ ਮੁਕਾਬਲੇ? ਕਿੱਥੇ ਤਾਰਿਆਂ ਤੱਕ ਜਾਂਦਾ ਹੱਥ, ਕਿੱਥੇ ਮੋਢੇ ਨਾਲ ਲਟਕਦੀ ਹੋਈ ਬਾਂਹ। ਕਾਲਜ 'ਚ ਕਿਹੜਾ ਮੁੰਡਾ ਵਿਪਰੀਤ ਵੱਲ ਨਹੀਂ ਸੀ ਵੇਖਦਾ? ਕੌਣ ਨਹੀਂ ਸੀ ਉਹਦੇ ਨੇੜੇ ਆਉਣਾ ਚਾਹੁੰਦਾ? ਸਾਰਾ ਕੁਝ ਉਹ ਅੱਖੀਂ ਵੇਖਦਾ ਸੀ ਤੇ ਵਿਪਰੀਤ ਉਹਨੂੰ ਦੱਸ ਵੀ ਦਿੰਦੀ ਸੀ। ਪਰ ਗੁਰਜੀਤ ਨੂੰ ਇਹ ਸਭ ਕੁਝ ਚੰਗਾ ਲੱਗਦਾ ਸੀ ਕਿ ਉਹ ਵਿਪਰੀਤ ਦਾ ਹਮਰਾਹੀ ਹੈ। ਸਾਰੇ ਕਾਲਜ ਦੀ ਜਾਨ ਉਹਦੀ ਝੋਲੀ 'ਚ ਪਈ ਹੋਈ ਹੈ। ਖਿਆਲਾਂ ਦੀ ਬਾਦਸ਼ਾਹਤ ਭੋਗਦਾ ਉਹ ਹੋਰਾਂ ਮੁੰਡਿਆਂ ਨੂੰ ਵਕਤ ਟਪਾਈ ਕਰਦੇ ਸਮਝਦਾ। ਉਹਦੀ ਧੌਣ ਉੱਚੀ ਰਹਿਣ ਲੱਗ ਪਈ ਸੀ। ਉਹਨੂੰ ਲੱਗਦਾ ਜਿਵੇਂ ਸੂਰਜ ਉਹਦੇ ਲਈ ਚੜ੍ਹਦਾ ਹੋਵੇ, ਫੁੱਲ ਉਹਦੇ ਲਈ ਖਿੜਦੇ ਹੋਣ, ਧੁੱਪ ਉਹਦੇ ਲਈ ਕੋਸੀ ਹੁੰਦੀ ਹੋਵੇ, ਹਵਾ ਉਹਦੇ ਲਈ ਰੁਮਕਦੀ ਹੋਵੇ, ਚੰਨ ਉਹਦੇ ਲਈ ਚੜ੍ਹਦਾ ਹੋਵੇ। ਕੁਦਰਤ ਦੀ ਜਿਹੜੀ ਚੀਜ਼ ਸੀ ਜਿਹੜੀ ਉਹਨੂੰ ਆਪਣੀ ਨਹੀਂ ਸੀ ਲੱਗਦੀ, ਮਾਣ ਨਾਲ ਭਰੇ ਹੋਏ ਦੀ ਨਿਗਾਹ ਸਤਰੰਗੀ ਪੀਂਘ ਵਾਂਗ ਰੰਗ ਵਿਖੇਰਦੀ। ਫਿਕਰ ਪਤਾ ਹੀ ਨਹੀਂ ਸੀ ਕੀ ਹੁੰਦਾ ਹੈ, ਹੰਝੂ ਕੀ ਹੁੰਦੇ ਨੇ, ਮਜਬੂਰੀ ਕੀ ਹੁੰਦੀ ਹੈ। ਚਾਰ ਚੁਫੇਰਾ ਫੁੱਲਾਂ ਨਾਲ ਭਰਿਆ ਗਿਆ ਸੀ। ਕਿਸੇ ਵੇਲੇ ਕੰਡਿਆਂ ਦਾ ਅਹਿਸਾਸ ਹੀ ਨਹੀਂ ਸੀ ਹੁੰਦਾ। ਪਰ ਹੁਣ ਇਹ ਸਭ ਕੁਝ ਬਹੁਤ ਪਿੱਛੇ ਰਹਿ ਗਿਆ ਸੀ। ਕਿਹੜਾ ਦੁੱਖ ਸੀ ਜਿਹੜਾ ਨਹੀਂ ਸੀ ਝੱਲਿਆ? ਕਿਹੜੀ ਆਫਤ ਸੀ ਜਿਹੜੀ ਨਹੀਂ ਸੀ ਆਈ? ਸਭ ਕੁਝ ਹੱਥਾਂ 'ਚੋਂ ਰੇਤ ਵਾਂਗ ਗਿਰ ਗਿਆ ਸੀ। ਸਿਰਫ ਇੱਕ ਆਸ ਬਚੀ ਸੀ ਜਿਹੜੀ ਹਨੇਰੀ 'ਚ ਜਗਦੇ ਦੀਵੇ ਵਾਂਗ ਹਿੰਡ ਕਰੀ ਬੈਠੀ ਸੀ ਕਿ ਹੋ ਸਕਦਾ ਸ਼ਾਇਦ ਹਵਾ ਦਾ ਰੁਖ ਬਦਲ ਜਾਵੇ, ਹੋ ਸਕਦਾ ਬੰਜਰ ਧਰਤੀ 'ਚ ਕੁਝ ਨਾ ਕੁਝ ਉੱਗ ਪਵੇ। ਮਸੋਸਿਆ ਜਿਹਾ ਸੁਪਨਾ ਲੈ ਕੇ ਉਹ ਨਾਨਕੇ ਪਿੰਡ ਆਇਆ ਸੀ। ਦੋਸਤੋ, ਅੱਜ ਤੁਸੀਂ ਸੁਣਿਆ ਨਾਵਲ ਪਤਾ ਨਹੀਂ ਸੀ ਦਾ ਪਹਿਲਾ ਭਾਗ। ਇਸ ਨਾਵਲ ਦੇ ਨਾਵਲਕਾਰ ਨੇ ਸ਼੍ਰੀ ਬੂਟਾ ਸਿੰਘ ਚੌਹਾਨ। ਸਾਨੂੰ ਪਹਿਲੇ ਕਾਂਡ ਬਾਰੇ ਆਪਣੀ ਰਾਏ ਜ਼ਰੂਰ ਦਿਓ ਤੇ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਇਜਾਜ਼ਤ ਦਿਓ। ਖੁਸ਼ ਰਹੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।